बीजेपी और जेजेपी के नेताओं को गांव में घुसने नहीं दिया जाएगा। आपको बता दें कि गांव भादसों में किसानों की एक पंचायत हुई, 9 गांव के किसान वहां पहुंचे और सभी ने एक रुख में स्पष्ट कर दिया कि बीजेपी और जेजेपी के नेताओं को गांव में घुसने ही नहीं दिया जाएगा। और अगर दोनों पार्टी के नेता गांव में आते हैं, कुछ घटना होती है, तो इस घटना के जिम्मेदार दोनों पार्टी के नेता होंगे, क्योंकि किसानों ने साफ कर दिया है कि दोनों पार्टी के नेताओं को गांव में घुसने नहीं दिया जाएगा। ਪਿੰਡਾਂ ਦੀ ਪੰਚਾਇਤ ਹੋਈ ਹੈ ਤੇ ਸਾਰਿਆਂ ਨੇ ਬੈਠ ਕੇ ਫੈਸਲਾ ਲਿਆ, ਕਿਉਂਕਿ ਅੰਦੋਲਨ ਤਾਂ ਸਾਡਾ 4 ਮਹੀਨੇ ਤੋਂ ਪਹਿਲਾਂ ਤੋਂ ਹੀ ਚੱਲ ਰਿਹਾ ਤੇ ਉਸ ਅੰਦੋਲਨ ਦੇ ਬਾਰੇ 'ਚ ਜੋ ਮੋਦੀ ਭਾਜਪਾ ਸਰਕਾਰ ਨੇ ਸਾਜ਼ਿਸ਼ ਰਚੀ ਸੀ ਇਸ ਅੰਦੋਲਨ ਨੂੰ ਫੇਲ ਕਰਨੇ ਵਾਸਤੇ, ਕਿਸਾਨਾਂ ਦੀ ਪੱਗ ਉਤਾਰਨ ਵਾਸਤੇ ਇੱਕ ਕਿਸਮ ਦੀ ਇਹਨਾਂ ਨੇ ਫੇਲ ਕਰਿਆ ਵੀ ਇਹਨਾਂ ਦੀ ਪੱਗ ਰੋਲਦੀ ਅਸੀਂ, ਉਸ ਪੱਗ ਨੂੰ ਬਚਾਉਣ ਵਾਸਤੇ ਸਾਰੇ ਪਿੰਡਾਂ ਦੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਸਾਡੀਆਂ ਅਸੀਂ 2-2 ਟਰਾਲੀਆਂ 3-3 ਟਰਾਲੀਆਂ 4-4 ਟਰਾਲੀਆਂ ਲੈ ਕੇ ਚੱਲੀਏ। ਪਹਿਲਾਂ ਵੀ ਅਸੀਂ 4-4 ਟਰਾਲੀਆਂ ਲੈ ਕੇ ਗਏ ਸੀ, ਕੁਝ ਟਰਾਲੀਆਂ ਸਾਡੀਆਂ ਉੱਥੇ ਖੜੀਆਂ ਤੇ ਹੁਣ ਅਸੀਂ ਹੋਰ ਜ਼ੋਰ ਲਾ ਕੇ ਜ਼ਿਆਦਾ ਤਾਦਾਦ ਵਿੱਚ ਉੱਥੇ ਜਾ ਰਹੇ ਹਾਂ ਰਾਸ਼ਨ ਪਾਣੀ ਲੈ ਕੇ, ਤਾਂ ਕਿ ਕਿਸੇ ਦੀ ਕੋਈ ਕਮੀ ਨਾ ਰਹੇ। ਲੰਗਰ ਵੀ ਚਲਾਵਾਂਗੇ ਅਸੀਂ ਜਾ ਕੇ ਉੱਥੇ। ਜੋ ਇਹਨਾਂ ਨੇ षड्यंत्र ਰਚਿਆ ਦਾ ਸਿੱਖਾਂ ਦੇ ਖਿਲਾਫ, ਉਹ ਸਾਰੇ ਹਰਿਆਣੇ ਦੇ ਲੋਕ ਔਰ ਯੂਪੀ ਦੇ ਲੋਕ ਸਾਰੇ ਸਮਝ ਚੁੱਕੇ ਹੈ ਵੀ ਇਹ ਸਰਦਾਰ ਕੌਮ ਨੂੰ ਬਦਨਾਮ ਲੱਗੇ ਹੋਏ ਕਰਨ। ਜਦੋਂ ਕੋਵਿਡ ਦਾ ਚੱਲਦਾ ਤਾ ਉਸ ਟਾਈਮ ਵੀ ਸਰਦਾਰਾਂ ਨੇ ਲੰਗਰ ਚਲਾਏ ਆ, ਉਸ ਟਾਈਮ ਸਰਦਾਰਾਂ ਦੀ ਬਲੇ ਸੀਰੀਆ ਦੇ ਵਿੱਚ ਬੰਬਾਰੀ ਕਰੀ ਅਮਰੀਕਾ ਨੇ, ਉੱਥੇ ਵੀ ਲੰਗਰ ਚਲਾਏ ਖਾਲਸਾ ਨੇ ਤੇ ਉਸ ਟਾਈਮ ਤਾਂ ਖਾਲਸੇ ਠੀਕ ਤੇ ਹੁਣ ਇੱਥੇ ਜਿਹੜਾ ਲੰਗਰ ਚੱਲਦਾ ਉਹਨਾਂ ਦੀ NIA ਕਿਤੇ ਰਿਪੋਰਟ ਭੇਜ ਦਿੰਦੇ, ਨੋਟਿਸ ਭੇਜ ਦਿੰਦੇ NIA ਦਾ, ਕਦੇ ਇਹਨਾਂ ਨੂੰ ਕੁਛ ਕਹਿੰਦੇ, ਕਦੇ ਖਾਲਿਸਤਾਨੀ ਕਹਿੰਦੇ, ਕਦੇ ਪਾਕਿਸਤਾਨੀ ਕਹਿੰਦੇ। ਲੇਕਿਨ ਹਰਿਆਣੇ ਦੇ ਲੋਕ ਔਰ ਯੂਪੀ ਦੇ ਲੋਕ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦੇ ਭਾਜਪਾ ਦੀ ਡੂੰਘੀ ਸਿਆਸਤ 'ਚ ਜਿਹੜੀ ਉਹ ਸਮਝ ਚੁੱਕੇ ਆ ਇਸ ਚੀਜ਼ ਨੂੰ ਵੀ ਇਹ ਭਾਜਪਾ ਕੀ ਕਰਾਉਣਾ ਚਾਹੁੰਦੀ ਹੈ। ਇਹ ਜਿਹੜੇ ਭਾਜਪਾ ਹੈ ਇਹ ਸ਼ੁਰੂ ਤੋਂ ਹੀ ਦੰਗੇ ਕਰਾਉਣ ਦੀ ਪਾਰਟੀ ਹੈ। ਇਹਨਾਂ ਨੇ ਦੇਖੋ ਗੁਜਰਾਤ 'ਚ ਵੀ ਕਰਾਏ, ਗੋਧਰਾ ਕਾਂਡ ਕਰਾਇਆ, ਜੰਮੂ ਕਸ਼ਮੀਰ 'ਚ ਕਰਾਇਆ, ਕਿਥੇ ਪੁਲਵਾਮਾ 'ਚ ਦੇਖੋ ਕਿੱਡਾ ਬੜਾ ਸ਼ਹੀਦ ਜਿਹੜੇ 40 ਨੌਜਵਾਨ ਮਰੇ, ਜਿਨ੍ਹਾਂ ਦੇ ਪੁੱਤ ਮਰੇ ਆ, ਉਹਨਾਂ ਦੇ ਦਿਲ ਕੀ ਕਹਿੰਦੇ ਹੋਣਗੇ। ਪੁਲਵਾਮਾ 'ਚ ਹਮਲਾ ਕਰਾਇਆ ਸਿਰਫ ਵੋਟ ਦੀ ਰਾਜਨੀਤੀ ਕਰਕੇ। ਇਹਨਾਂ ਨੇ ਸਟਰਾਈਕ ਕਰੀ ਜਿਹੜੀ ਆਪਣਾ ਵੀ ਅਸੀਂ ਪਾਕਿਸਤਾਨ 'ਚ ਹਮਲਾ ਕਰਕੇ ਆ, ਸਭ ਝੂਠ ਹੈ। ਇਹ ਕੋਈ ਕੁਛ ਨਹੀਂ ਕਰਦੇ, ਇਹ ਪਬਲਿਕ ਨੂੰ ਬੇਵਕੂਫ ਬਣਾਉਣ ਦੇ ਕੰਮ ਕਰਦੇ ਆ, ਵੋਟ ਦੀ ਰਾਜਨੀਤੀ ਕਰਦੇ ਆ। ਚਾਹੇ ਜਿੰਨੇ ਮਰਜ਼ੀ ਬੰਦੇ ਮਰ ਜਾਣ, ਕਿਸੇ ਧਰਮ ਦੇ ਮਰ ਜਾਣ, ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ। ਹੁਣ ਦੇਖੋ ਤੇ ਰੋੜੇ ਬਰਸਾਏ ਇਹਨਾਂ ਦੇ। MLA ਇੰਸਪੈਕਟਰ ਦੀ ਵਰਦੀ ਸਟਾਰ ਲੱਗੇ ਹੋਏ, ਭਾਜਪਾ ਦਾ MLA ਉਹ ਕਰਾ ਰਿਹਾ ਵਰਦੀ ਪਾ ਕੇ, ਪੁਲਿਸ ਦੀ ਵਰਦੀ ਪਾ ਕੇ। ਦੇਖੋ ਇਹਨਾਂ ਦੀਆਂ ਘਟੀਆ, ਬਿਲਕੁਲ ਘਟੀਆ ਸਾਜ਼ਿਸ਼ਾਂ ਜਿਹੜੀਆਂ ਇਹ ਕਰਨ ਲੱਗੇ ਹੋਏ ਆ, ਉਹ ਸਾਰੀਆਂ ਨਕਾਬ ਸਭ ਨੰਗੀਆਂ ਹੋ ਗਈਆਂ। ਉਹ ਨੰਗੀਆਂ ਇਸ ਕਰਕੇ ਹੋਈਆਂ ਕਿ ਲੋਕ ਹੁਣ ਸਭ ਜਾਗਰੂਕ ਹੋ ਗਏ। ਇਹਨਾਂ ਨੂੰ ਇਹੀ ਆ ਵੀ ਇਹ ਪੜ੍ਹੇ ਲਿਖੇ ਹੋ ਗਏ, ਗੱਡੀਆਂ ਬੜੀਆਂ ਲਈ ਫਿਰਦੇ ਆ, ਟਰਾਲੀਆਂ ਲਈ ਫਿਰਦੇ ਆ, ਇਹ ਜ਼ਿਮੀਂਦਾਰ ਨਹੀਂ ਹੈਗੇ। ਜ਼ਿਮੀਂਦਾਰ ਕਿਉਂ ਨਹੀਂ ਲੈ ਸਕਦਾ? ਜ਼ਿਮੀਂਦਾਰ ਕਿਉਂ ਨਹੀਂ ਜਿੰਸ ਦੀ ਪੈਂਟ ਪਾ ਸਕਦਾ? ਜਦ ਸਾਰਾ ਦਿਨ ਖੇਤ 'ਚ ਕੰਮ ਕਰਦਾ, ਜਦੋਂ ਨਹਾ ਧੋ ਕੇ ਉਹਨੇ ਤਿਆਰ ਹੋ ਕੇ ਜਾਣਾ, ਆਪਣੇ ਕੱਪੜੇ ਵੀ ਨਹੀਂ ਪਾ ਸਕਦਾ। ਇਹ ਸਾਨੂੰ ਇਹੀ ਚਾਹੁੰਦੇ ਵੀ ਨੰਗੇ ਫਿਰਨ ਕੱਪੜਿਆਂ 'ਤੇ, ਫਟੇ ਕੱਪੜੇ ਹੋਣ, ਪੈਰਾਂ 'ਚ ਜੁੱਤੀ ਨਾ ਹੋਵੇ, ਫਿਰ ਇਹ ਕਿਸਾਨ ਹੈ ਔਰ ਸਾਡੇ ਥੱਲੇ ਦਬਿਆ ਰਹੇ। ਅਸੀਂ ਅੰਦੋਲਨ ਤਾਂ ਉਸ ਟਾਈਮ ਤੱਕ ਚੱਲੇਗਾ ਜੀ ਜਦ ਤੱਕ ਇਹ ਸਾਡੀਆਂ ਮੰਗਾਂ ਨਹੀਂ ਮੰਨਦਾ। ਅਸੀਂ ਮਰ ਜਾਵਾਂਗੇ, ਮਿਟ ਜਾਵਾਂਗੇ ਉੱਥੇ ਬੈਠ ਕੇ, ਲੇਕਿਨ ਅਸੀਂ ਝੁਕਣੇ ਵਾਲੇ ਨਹੀਂ ਹੈਗੇ। ਸਾਡੀ ਤਾਂ ਇਹ ਜਿਹੜਾ 3 ਕਾਨੂੰਨ ਹੈ, ਇਹ ਤਾਂ ਸਾਡਾ ਫਾਂਸੀ ਦਾ ਫੰਦਾ ਹੈ। ਇਹ ਇਸ ਤਰ੍ਹਾਂ ਹੈ, ਦੇਖੋ ਮੈਨੂੰ ਫਾਂਸੀ ਦੀ ਸਜ਼ਾ ਹੋਈ, ਮੈਨੂੰ ਪੁੱਛਦੇ ਆ ਵੀ ਤੂੰ ਮਰਨਾ ਕਿਹੜੇ ਤਰੀਕੇ ਨਾਲ ਚਾਹੁੰਦਾ? ਮਰਨਾ ਤਾਂ ਹੈ ਹੀ, ਲੇਕਿਨ ਤਰੀਕੇ ਪੁੱਛਦੇ ਆ। ਇਸ ਕਰਕੇ ਕਾਨੂੰਨ ਇਹੋ ਜਿਹੇ ਬਣਾਤੇ, ਸਾਨੂੰ ਗਲੇ ਦਾ ਫੰਦਾ ਪਾਤਾ, ਹੌਲੀ ਹੌਲੀ ਘੁੱਟ ਕੇ ਇਹਨਾਂ ਨੇ ਸਾਨੂੰ ਮਾਰਨੇ ਦੀ ਸਾਜ਼ਿਸ਼ ਕਰੀ। ਇਸ ਕਰਕੇ ਅਸੀਂ ਅੰਦੋਲਨ ਕਿਸੇ ਖਤਮ कर दूंगे। अंदोलन तो साਡਾ जब तक चलेगा जब तक ये हमारे कानून वापस नहीं करते और समर्थन मूल्य नहीं देते। ये हमारे 9 गांव की पंचायत बुलाई थी जी हमने यहाँ पे। इसमें हमारे इंद्री ब्लॉक के यहाँ इस बेल्ट के लाडवा रोड पे जितने भी गांव लगते हैं सभी यहाँ इकट्ठे हुए हैं। किसान आंदोलन जो हमारा चल रहा है दिल्ली, उसमें अपना एक जब तक भी हमारे ये कानून वापस नहीं होंगे तब तक के लिए सभी गाँव ने निर्णय लिया है कि वहाँ पे हम अपने गांव से, प्रत्येक गांव से कम 3 ट्राली ये गांव से जाएंगी और उसमें रोटेशन में हमारे लोग आते रहेंगे जाते रहेंगे। एक ऐसा एक मिनिमम प्रोग्राम बनाया हम लोगों ने कि जो अपने आंदोलन को ताकत देनी है वहाँ पे। जब तक मोदी सरकार इन तीनों काले कानूनों को वापस नहीं करती, हमारा वहाँ पे धरना चलता रहेगा। और सभी अपनी लंगर सेवा का हमारा एक सहमति बन गई है कि वहाँ पे अपना लंगर लगेगा, इन्हीं 9 गांव का इकट्ठा साझा लंगर, और सभी गांव से लोग वहाँ पे जाके
जब तक कानून वापस नहीं होंगे तब तक वापस नहीं आएंगे, आते रहेंगे जाते रहेंगे। वो हमने एक अपना प्रोग्राम तय कर लिया है कि मोदी सरकार को मानना ही पड़ेगा, ये हमारी एकता के आगे उनको झुकना पड़ेगा। उन्होंने ये 3 कानून, काले कानून बनाकर किसानों के ऊपर एक ऐसा वार किया है कि इससे हमारी पीढ़ियां, नस्लें बिल्कुल तबाह बर्बाद हो जाएंगी। हम ऐसा होने नहीं देंगे। इसीलिए ये सभी लोग आज इकट्ठे हुए हैं यहाँ पे। हमारा आज का यही प्रोग्राम था। हम सरकार को दिखाना चाहते हैं कि हम सब एकजुट हैं और एकजुट हो गए सभी बिरादरी के लोग, किसान बिरादरी के सभी लोग, सभी वर्गों से यहाँ पे आज बैठे हुए हैं कि सरकार का ये कहना कि एक जाति विशेष का आंदोलन है, कि एक धर्म विशेष का आंदोलन है, ये इस पे भी एक कड़ा प्रहार है ये कि हम सभी एकजुट होकर इस आंदोलन में शुरू से जुड़े हुए थे, अब इसको और मजबूती देंगे हम। इसीलिए आज यहाँ पे हम इकट्ठे हुए हैं और सरकार ये देख ले कि हम पीछे हटने वाले नहीं हैं किसी भी कीमत पर। बीजेपी और जेजेपी सरकार का विरोध के बारे में भी यहाँ पे बात हुई है कि वो जब तक वो हमारे गांव में एंट्री नहीं कर सकेंगे। वो ये सभी गांव ने एक सहमति से एक प्रस्ताव पास किया है कि वो जेजेपी और बीजेपी सरकार का कोई भी नुमाइंदा इन गाँव में नहीं आएगा। वो अपनी जिम्मेवारी खुद लेंगे अगर गांव में आएंगे। सभी ग्रामवासी एक सुर में ये कहते हैं कि बीजेपी और जेजेपी, इन दोनों पार्टियों का कोई भी नुमाइंदा गांव में प्रवेश नहीं कर सकता। इन लोगों ने किसानों को बहुत आहत किया, इससे ज़्यादा ये कुछ कर नहीं सकते। अब हमारी बारी है, अब हम इनको अपनी ताकत दिखाएंगे।